ਕਿ ਬਹੁਮਤ ਦੀ ਆੜ ਦੇ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ। ਜੇ ਹਿੰਦੂ ਰਾਸ਼ਟਰ ਬਣ ਗਿਆ ਤਾਂ ਕੀ ਜਿਹੜੇ ਸੰਵਿਧਾਨ ਦੇ ਵਿੱਚ ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਉਹਨਾਂ ਦੀ ਮਾਨਤਾ ਖਤਮ ਹੋ ਜਾਏਗੀ? ਕੀ ਜੇ ਹਿੰਦੂ ਰਾਸ਼ਟਰ ਬਣ ਗਿਆ ਤਾਂ ਫਿਰ ਕੀ ਦੇਸ਼ ਦੇ ਤਿਰੰਗੇ ਦੀ ਜਗ੍ਹਾ ਸੈਫਰਨ ਝੰਡਾ ਲਹਿਰਾਇਆ ਜਾਏਗਾ? ਕਿ ਦੇਸ਼ ਵੱਖ-ਵੱਖ ਜਾਤਾਂ ਦਾ, ਵੱਖ-ਵੱਖ ਧਰਮਾਂ ਦਾ, ਵੱਖ-ਵੱਖ ਫਿਰਕਿਆਂ ਦਾ, ਵੱਖ-ਵੱਖ ਲੋਕ ਵੰਨਗੀਆਂ ਦਾ ਇਹ ਜਿਹੜਾ ਗੁਲਦਸਤਾ ਉਹ ਖਤਮ ਹੋ ਜਾਏਗਾ? ਕਿ ਸਰਕਾਰੀ ਮੁਲਾਜ਼ਮਾਂ ਨੂੰ ਆਰਐਸਐਸ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੀ ਆਗਿਆ ਮਿਲਣੀ ਚਾਹੀਦੀ ਹੈ? ਜੇ ਆਰਐਸਐਸ ਦੇ ਪ੍ਰੋਗਰਾਮ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਆਗਿਆ ਮਿਲਣੀ ਚਾਹੀਦੀ ਹੈ ਤਾਂ ਫਿਰ ਬਾਕੀ ਪਾਰਟੀਆਂ ਲਈ ਵੀ ਸਰਕਾਰੀ ਮੁਲਾਜ਼ਮਾਂ ਨੂੰ ਛੋਟ ਦੇ ਦੇਣੀ ਚਾਹੀਦੀ ਹੈ। ਆਰਐਸਐਸ ਭਾਰਤੀ ਜਨਤਾ ਪਾਰਟੀ ਦੀ ਜਨਨੀ ਆ ਤੇ ਕੀ ਚੋਰ ਮੋਰੀ ਦਰਵਾਜ਼ੇ ਰਾਹੀਂ ਸਰਕਾਰੀ ਮੁਲਾਜ਼ਮਾਂ ਨਾਲ ਹੋਣ ਆਰਐਸਐਸ ਦੀਆਂ ਸ਼ਿਖਾਵਾਂ ਦੇ ਬਹਾਨੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਨੇ? ਕਿ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਜਿਹੜੇ ਹਿੰਦੂ ਲੀਡਰ ਰਹਿ ਚੁੱਕੇ ਨੇ ਉਹਨਾਂ ਦੇ ਫਲਸਫੇ, ਜੀਵਨ ਸਿਧਾਂਤ ਪੜ੍ਹਾਉਣੇ ਜਾਇਜ਼ ਨੇ? ਕਿ ਸਰਕਾਰੀ ਸਕੂਲਾਂ ਦੇ ਵਿੱਚ ਬਾਕੀ ਪਵਿੱਤਰ ਗ੍ਰੰਥਾਂ ਨੂੰ ਛੱਡ ਕੇ ਭਗਵਤ ਗੀਤਾ ਪੜ੍ਹਾਉਣਾ ਜਾਇਜ਼ ਆ? ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਦਾ ਸਮਰ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਜਗਤਾਰ ਸਿੰਘ। ਅੱਜ ਅਸੀਂ ਗੱਲ ਕਰਾਂਗੇ ਬਹੁਤ ਹੀ ਮਹੱਤਵਪੂਰਨ ਦੇਸ਼ ਦੇ ਅੰਦਰ ਵਾਪਰਿਆ ਜਾਂ ਇਹ ਕਹਿ ਸਕਦੇ ਕਿ ਬਹੁਮਤ ਦੀ ਆੜ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜਾ ਆਰਐਸਐਸ ਦਾ ਏਜੰਡਾ ਉਹਨੂੰ ਲਗਭਗ ਲਾਗੂ ਕਰ ਚੁੱਕੀ ਆ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਅੰਤਮ ਰੂਪ ਦਿੱਤਾ ਜਾ ਚੁੱਕਾ। ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਸੂਬਿਆਂ ਦੇ ਵਿੱਚ, ਉੱਥੇ ਵੀ ਦੇਸ਼ ਦੇ ਅੰਦਰ ਮਨੂ ਸਮ੍ਰਿਤੀ ਜਾਂ ਹਿੰਦੂਵਾਦ ਦਾ ਪਾਠ ਪੜ੍ਹਾਇਆ ਜਾ ਰਿਹਾ ਹੈਗਾ। ਸੈਂਟਰ ਦੇ ਵਿੱਚ ਵੀ ਬਹੁਤ ਕੁਝ ਹੋ ਰਿਹਾ, ਕਿਉਂਕਿ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇਹ ਯੂਥ ਨੂੰ ਕਹਿੰਦੇ ਹੈਗੇ ਨੇ ਕਿ ਭਗਵਤ ਗੀਤਾ ਪੜ੍ਹਿਆ ਕਰੋ, ਤੇ ਲਾਜ਼ਮੀ ਤੌਰ ਤੇ ਇੱਥੋਂ ਇਹ ਅੰਦਾਜ਼ਾ ਲਗਾਉਣਾ ਬਹੁਤ ਹੀ ਸੌਖਾ ਹੈਗਾ ਕਿ ਜਿਹੜਾ ਨੀਂਹ ਰੱਖੀ ਗਈ ਸੀ ਆਰਐਸਐਸ ਦੀ 1925 ਦੇ ਵਿੱਚ, ਉਹ 100 ਸਾਲ ਤੱਕ ਉਸ ਨੀਂਹ ਤੇ ਹੌਲੀ ਹੌਲੀ ਚੱਲਦਿਆਂ ਇੱਕ ਇੱਦਾਂ ਦਾ ਸਕੀਮ ਜਾਂ ਇੱਦਾਂ ਦਾ ਰੂਪ ਦਿੱਤਾ ਜਾ ਚੁੱਕਾ ਕਿ ਜਿਸ ਤਰ੍ਹਾਂ ਮੋਹਨ ਭਾਗਵਤ ਹੋਣੀ ਅਕਸਰ ਕਹਿੰਦੇ ਨੇ ਕਿ ਇਹ ਦੇਸ਼ ਹਿੰਦੂਆਂ ਦਾ, ਔਰ ਜਿਸ ਤਰ੍ਹਾਂ ਗੱਲਾਂ ਉੱਠ ਰਹੀਆਂ ਨੇ ਕਿ ਦੇਸ਼ ਨੂੰ ਹਿੰਦੂ ਰਾਸ਼ਟਰ ਬਣਨਾ ਚਾਹੀਦਾ, ਬਣਾਉਣਾ ਚਾਹੀਦਾ, ਤੇ ਉਸ ਰਾਹਾਂ ਤੇ ਭਾਰਤ ਨੂੰ ਤੋਰਿਆ ਜਾ ਰਿਹਾ। ਨਿੱਕੇ ਨਿੱਕੇ ਕਦਮ ਪੁੱਟੇ ਜਾ ਰਹੇ ਨੇ ਤੇ ਲਾਜ਼ਮੀ ਤੌਰ ਤੇ ਜਦੋਂ ਨਿੱਕੇ ਨਿੱਕੇ ਕਦਮ ਉਹ ਵੱਡੀਆਂ ਲਾਂਘਾਂ ਬਣ ਜਾਂਦੀਆਂ ਨੇ, ਤੇ ਜਦੋਂ ਲਾਂਘਾਂ ਬਣ ਜਾਂਦੀਆਂ ਨੇ ਫਿਰ ਫਾਸਲੇ ਘਟ ਜਾਂਦੇ ਨੇ ਤੇ ਫੈਸਲੇ ਲੈਣੇ ਸੌਖੇ ਹੋ ਜਾਂਦੇ, ਕਿਉਂਕਿ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਕੋਲੋਂ 303 ਸੀਟਾਂ ਨੇ। ਉੱਥੇ ਸਰਕਾਰ ਦਾ ਵੀ ਜ਼ੋਰ ਚੱਲਦਾ ਕਿਉਂਕਿ ਤੁਹਾਡੇ ਕੋਲ ਬਹੁਮਤ ਆ, ਔਰ ਜਿੱਥੇ ਰਾਜ ਸਭਾ, ਜਿੱਥੇ ਭਾਰਤੀ ਜਨਤਾ ਪਾਰਟੀ ਕੋਲੋਂ ਮੈਜੋਰਟੀ ਨਹੀਂ ਆ, ਉੱਥੇ ਵੀ ਜ਼ੋਰ ਚੱਲਦਾ ਕਿਉਂਕਿ ਉੱਥੇ ਉਹ ਓਪੋਜੀਸ਼ਨ ਬੋਲਦੀ ਨਹੀਂ ਆ। ਤਾਂ ਕੀ ਓਪੋਜੀਸ਼ਨ ਕਮਜ਼ੋਰ ਆ, ਇਸ ਕਰਕੇ ਭਾਰਤੀ ਜਨਤਾ ਪਾਰਟੀ ਇਹ ਫੈਸਲੇ ਲੈ ਰਹੀ ਆ? ਕੁੱਲ ਮਿਲਾ ਕੇ, ਕਿਉਂਕਿ ਅੱਜ ਅਸੀਂ ਪੂਰਾ ਤੁਹਾਨੂੰ ਲਿੰਕ ਦੇ ਨਾਲ ਲਿੰਕ ਜੋੜ ਕੇ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਦੇਸ਼, ਜਿਸ ਦੇਸ਼ ਨੂੰ ਹਜ਼ਾਰਾਂ ਕੁਰਬਾਨੀਆਂ ਦੇ ਕੇ, ਔਰ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ ਇਹ ਮਾਣ ਵਾਲੀ ਗੱਲ ਆ ਕਿ ਜਿਨ੍ਹਾਂ ਨੇ 80% ਦੀ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ, ਹੱਸ ਕੇ ਰੱਸੇ ਚੁੰਮੇ ਨੇ, ਹੱਸ ਕੇ ਕਾਲੇ ਪਾਣੀ ਦੀਆਂ ਸਖਤ ਸਜ਼ਾਵਾਂ ਕੱਟੀਆਂ ਨੇ, ਤੇ ਅੱਜ ਉਹਨਾਂ ਲੋਕਾਂ ਦੇ ਪਾਠ ਪੜ੍ਹਾਏ ਜਾ ਰਹੇ ਨੇ ਜਿਨ੍ਹਾਂ ਨੇ ਅੰਗਰੇਜ਼ਾਂ ਕੋਲੋਂ ਮਾਫੀਆਂ ਮੰਗੀਆਂ ਨੇ। ਅੱਜ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਹੋ ਰਹੀਆਂ ਨੇ, ਤੇ ਜਦ ਵੀ ਦੇਸ਼ ਦੇ ਉੱਪਰ ਬਾਹਰੀ ਹਮਲਾਵਰ ਆਏ ਨੇ, ਮੁਗਲ ਆਏ ਨੇ ਜਾਂ ਹੋਰ ਕੋਈ ਆਏ ਨੇ, ਤੇ ਉਦੋਂ ਹਿੰਦੂ ਰਾਸ਼ਟਰਵਾਦ ਦਾ ਪਾਠ ਪੜ੍ਹਾਉਣ ਵਾਲੇ ਜਾਂ ਜਿਹੜੇ ਕਹਿੰਦੇ ਕਿ ਸਾਡੇ ਤੋਂ ਵੱਡੇ ਭਗਤ ਨਹੀਂ ਹੈਗੇ, ਦੇਸ਼ ਭਗਤ ਨਹੀਂ ਹੈਗੇ ਨੇ, ਉਹਨਾਂ ਨੇ ਕਿਸੇ ਨੇ ਵੀ, ਉਹਨਾਂ ਦੇ ਵੱਡ ਵਡੇਰਿਆਂ ਨੇ, ਉਹਨਾਂ ਦੇ ਬਜ਼ੁਰਗਾਂ ਨੇ, ਜਿਹੜੇ ਬਾਹਰੋਂ ਹਮਲਾਵਰ ਆਏ ਨੇ, ਉਹਨਾਂ ਦਾ ਡਟ ਕੇ ਮੁਕਾਬਲਾ ਨਹੀਂ ਕੀਤਾ ਹੈਗਾ, ਜਾਂ ਡਰਦੇ ਰਹੇ ਨੇ ਜਾਂ ਆਪਸੀ ਵੰਡੀਆਂ ਕਰਕੇ
ਬਾਹਰੀ ਹਮਲਾਵਰਾਂ ਦਾ ਸਾਹਮਣਾ ਨਹੀਂ ਕਰ ਪਾਏ। ਅਗਰ ਇਤਿਹਾਸ ਫਰੋਲੀਏ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਕਹਿ ਸਕਦੇ ਸਿੱਖ ਸਨ ਜਾਂ ਇੱਕ ਵੱਡੀ ਹਸਤੀ ਸਨ, ਜਗਤ ਗੁਰੂ ਸਨ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਬਾਹਰਲੇ ਹਮਲਾਵਰ ਦਾ ਡਟ ਕੇ ਵਿਰੋਧ ਕੀਤਾ, ਤਰਕਾਂ ਦੇ ਨਾਲ ਕੀਤਾ, ਦਲੀਲਾਂ ਦੇ ਨਾਲ ਕੀਤਾ। ਬਾਬਰ ਨੂੰ ਕਹਿਣ ਵਾਲੇ ਜਾਬਰ ਉਹ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਸਨ। ਉਸ ਤੋਂ ਪਹਿਲਾਂ ਅਗਰ ਹਿਸਟਰੀ ਨੂੰ ਫਰੋਲੀਏ, ਮਿਸਟਰੀ ਤਾਂ ਬਹੁਤ ਆ, ਇਤਿਹਾਸ ਤੇ ਬਹੁਤ ਜ਼ਿਆਦਾ ਕੁਝ ਲਿਖਿਆ ਗਿਆ, ਲੇਕਿਨ ਅਗਰ ਹਿਸਟਰੀ ਨੂੰ ਫਰੋਲੀਏ ਤੇ ਬਾਹਰਲਾ ਜੇ ਕਿਸੇ ਹਮਲਾਵਰ ਦਾ ਡਟ ਕੇ ਮੁਕਾਬਲਾ ਕੀਤਾ ਦਲੀਲਾਂ ਦੇ ਨਾਲ, ਤਰਕਾਂ ਦੇ ਨਾਲ, ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ। ਹੁਣ ਦੇਸ਼ ਦੇ ਅੰਦਰ ਹਿੰਦੂ ਰਾਸ਼ਟਰ ਦੀਆਂ ਗੱਲਾਂ ਰੋਜ਼ ਹੋ ਰਹੀਆਂ ਨੇ। ਅਗਰ ਮੋਹਨ ਭਾਗਵਤ ਜਿਹੜੇ RSS ਦੇ ਹੁਣ ਮੌਜੂਦਾ ਮੁਖੀ ਨੇ, ਉਹ ਉੱਤਰਾਖੰਡ ਦੀ ਧਰਤੀ ਜਾ ਕੇ ਇਹ ਕਹਿੰਦੇ ਨੇ ਕਿ RSS ਦੇ ਪ੍ਰੋਗਰਾਮਾਂ ਦੇ ਵਿੱਚ ਬੀਬੀਆਂ ਦੀ ਸ਼ਮੂਲੀਅਤ ਘੱਟ ਆ, ਬੀਬੀਆਂ ਦੀ ਸ਼ਮੂਲੀਅਤ ਵਧਾਉਣ ਵਾਸਤੇ ਵੱਧ ਤੋਂ ਵੱਧ ਯਤਨ ਕਰੋ, ਉਪਰਾਲੇ ਕਰੋ। ਹਰ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ ਬੀਬੀਆਂ ਦੀ ਜਿਹੜੀ ਹਾਜ਼ਰੀ ਆ ਉਹ 50% ਦੀ ਹੋਣੀ ਚਾਹੀਦੀ ਆ। ਚੰਗੀ ਗੱਲ ਆ ਵੀ ਸ਼ਮੂਲੀਅਤ ਹੋਣੀ ਚਾਹੀਦੀ ਆ, ਪਰ ਉਹਦੇ ਮਕਸਦ ਮਨਸੂਬੇ ਉਹ ਵੀ ਪਾਕ ਹੋਣੇ ਚਾਹੀਦੇ ਨੇ, ਸਾਫ਼ ਹੋਣੇ ਚਾਹੀਦੇ ਨੇ, ਪਵਿੱਤਰ ਹੋਣੇ ਚਾਹੀਦੇ ਨੇ। ਹੁਣ ਹਰਿਆਣਾ ਸਰਕਾਰ, ਮਨੋਹਰ ਲਾਲ ਖੱਟਰ ਸਾਹਿਬ ਦੀ ਸਰਕਾਰ ਨੇ ਇਹ ਫੈਸਲਾ ਲੈ ਲਿਆ। 41 ਸਾਲ ਪਹਿਲੇ ਜਿਹੜੇ ਉਸ ਸਮੇਂ ਦੀ ਗੌਰਮੈਂਟ ਸੀ, ਕਾਂਗਰਸ ਪਾਰਟੀ ਸੀ, ਉਹਨਾਂ ਨੇ ਇਹ ਫੈਸਲਾ ਲਿਆ ਸੀ ਕਿ ਸਰਕਾਰੀ ਕਰਮਚਾਰੀ RSS ਦੀਆਂ ਗਤੀਵਿਧੀਆਂ ਦੇ ਵਿੱਚ ਭਾਗ ਨਹੀਂ ਲੈ ਸਕਦੇ, ਕਿਉਂਕਿ RSS BJP ਇਹ ਅਨੁਪੂਰਕ ਨੇ। ਭਾਰਤੀ ਜਨਤਾ ਪਾਰਟੀ ਜਿਹੜੀ ਪਹਿਲਾਂ ਜਨਤਾ ਪਾਰਟੀ ਹੁੰਦੀ ਸੀ, ਉਹ RSS ਉਹਨਾਂ ਦੀ ਜਨਨੀ ਆ, ਜਾਂ ਕਹਿ ਸਕਦੇ ਕਿ RSS ਭਾਰਤੀ ਜਨਤਾ ਪਾਰਟੀ ਦੀ ਇੱਕ ਸਿਆਸੀ ਜਮਾਤ ਹੈ ਜਾਂ ਸਿਆਸੀ ਮਾਂ ਆ। ਉੱਥੋਂ ਹੀ ਭਾਰਤੀ ਜਨਤਾ ਪਾਰਟੀ ਹੌਲੀ ਹੌਲੀ ਕਰਕੇ ਨਿਕਲੀ ਆ। ਤੇ 41 ਸਾਲ ਪਹਿਲਾਂ ਜਿਹੜੀ ਉਸ ਸਮੇਂ ਦੀ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਹਨਾਂ ਨੇ ਕਿਹਾ ਸੀ ਕਿ RSS ਦੀਆਂ ਗਤੀਵਿਧੀਆਂ ਦੇ ਵਿੱਚ ਕੋਈ ਵੀ ਜਿਹੜਾ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਉਹ ਪਾਰਟਿਸਿਪੇਟ ਨਹੀਂ ਕਰ ਸਕਦਾ, ਆਪਣੀ ਹਾਜ਼ਰੀ ਨਹੀਂ ਭਰ ਸਕਦਾ। ਨਾਲ ਦੇ ਨਾਲ ਕਿਉਂਕਿ ਅੱਜ ਵੀ ਰੂਲ ਨੇ, ਚਾਹੇ ਸੈਂਟਰ ਸਰਵਿਸ ਰੂਲ ਨੇ, ਚਾਹੇ ਸਟੇਟਾਂ ਦੇ ਸਰਵਿਸ ਰੂਲ ਨੇ, ਉਹ ਕਹਿ ਰਹੇ ਨੇ ਕਿ ਜਿਹੜਾ ਵੀ ਸਰਕਾਰੀ ਮੁਲਾਜ਼ਮ ਅਧਿਕਾਰੀ ਆ ਉਹ ਸਿੱਧੇ ਜਾਂ ਅਸਿੱਧੇ ਤੌਰ ਤੇ ਕਿਸੇ ਵੀ ਸਿਆਸੀ ਜਮਾਤ ਦੇ ਨਾਲ, ਪੋਲੀਟੀਕਲ ਪਾਰਟੀ ਦੇ ਨਾਲ ਨਹੀਂ ਜੁੜ ਸਕਦਾ। ਉਹ ਆਪਣਾ ਹਾਜ਼ਰੀ ਨਹੀਂ ਲਵਾ ਸਕਦਾ ਗਾ, ਆਪਣੀ ਸ਼ਮੂਲੀਅਤ ਦਰਜ ਨਹੀਂ ਕਰਵਾ ਸਕਦਾ, ਉਹਦੀ ਪਛਾਣ ਵੀ ਨਹੀਂ ਹੋਣੀ ਚਾਹੀਦੀ ਕਿ ਉਹ ਕਿਸ ਪਾਰਟੀ ਨਾਲ ਜੁੜਿਆ। ਨਾ ਉਹ ਆਪਣੀ ਕਿਸੇ ਕਾਰ ਤੇ ਝੰਡਾ ਲਾ ਸਕਦਾ, ਪਾਰਟੀ ਨਾਲ ਆਪਣੇ ਘਰ ਦੇ ਵਿੱਚ ਲਾ ਸਕਦਾ ਗਾ। ਪਰ ਹੁਣ 41 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਜਿਹੜੀ ਹਰਿਆਣੇ 'ਚ ਮਨੋਹਰ ਲਾਲ ਖੱਟਰ ਦੀ ਅਗਵਾਈ 'ਚ ਸਰਕਾਰ ਚੱਲ ਰਹੀ ਆ, ਉਹਨਾਂ ਨੇ ਫੈਸਲਾ ਲੈ ਲਿਆ। ਬੀਤੇ ਦਿਨ ਹੀ ਜਿਹੜੇ ਮੁੱਖ ਸਕੱਤਰ ਨੇ ਹਰਿਆਣਾ ਦੇ ਵਿਜੇ ਵਰਧਨ ਸਾਹਿਬ ਵੱਲੋਂ ਇੱਕ ਚਿੱਠੀ ਲਿਖੀ ਗਈ ਆ। ਚਿੱਠੀ ਕੀ ਆਦੇਸ਼ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਜਿਹੜੇ ਹੁਣ ਸਰਕਾਰੀ ਮੁਲਾਜ਼ਮ ਹਰਿਆਣੇ ਦੇ, ਚਾਹੇ ਉਹ ਅਧਿਕਾਰੀ ਨੇ, ਚਾਹੇ ਉਹ ਦਰਜਾ 4 ਨੇ ਜਾਂ ਦਰਜਾ 1 ਦੇ ਅਧਿਕਾਰੀ ਜਾਂ ਮੁਲਾਜ਼ਮ ਨੇ, ਉਹ ਹੁਣ RSS ਦੀਆਂ ਗਤੀਵਿਧੀਆਂ ਦੇ ਵਿੱਚ ਹਿੱਸਾ ਲੈ ਸਕਦੇ। ਮਤਲਬ ਸਿੱਧੇ ਤੌਰ ਤੇ, ਡਾਇਰੈਕਟ ਤੌਰ ਤੇ ਹਰਿਆਣੇ ਦਾ ਜਿਹੜਾ ਸਰਕਾਰੀ ਮੁਲਾਜ਼ਮ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਸਕਦਾ ਹੈਗਾ, ਭਾਰਤੀ ਜਨਤਾ ਪਾਰਟੀ 'ਚ ਹਿੱਸਾ ਲੈ ਸਕਦਾ। ਕਿਉਂਕਿ ਜੇ RSS ਦੇ ਗਤੀਵਿਧੀਆਂ 'ਚ ਹਿੱਸਾ ਲੈ ਸਕਦਾ, ਇਟ ਮੀਨ ਆ ਕਲੀਅਰ ਆ, ਸੰਦੇਸ਼ ਸਪਸ਼ਟ ਆ ਕਿ ਤੁਸੀਂ ਆਟੋਮੈਟਿਕ ਹੀ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਗਏ। ਇਹ ਤੇ ਹੋ ਨਹੀਂ ਸਕਦਾ ਕਿ ਤੁਸੀਂ RSS ਦੀ ਸੰਘ ਦਾ ਹਿੱਸਾ ਹੋ, ਉੱਥੇ ਹਾਜ਼ਰੀ ਭਰੀ ਹੋਵੇ, ਉੱਥੇ ਕੈਂਪ ਲਗਾਏ ਹੋਣ, ਉੱਥੇ ਸ਼ਾਖਾ ਅਟੈਂਡ ਕੀਤੀ ਹੋਵੇ, ਤੇ ਫਿਰ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਪ੍ਰੋਗਰਾਮ 'ਚ ਨਾ ਹਿੱਸਾ ਲਓ। ਅੱਗੇ ਤੁਸੀਂ ਲੁਕ ਛੁਪ ਕੇ ਹਿੱਸਾ ਲੈਂਦੇ, ਹੁਣ ਤੁਹਾਨੂੰ ਸਰਕਾਰ ਨੇ ਆਦੇਸ਼ ਕਰਦੇ ਤੁਸੀਂ ਜਨਤਕ ਤੌਰ ਤੇ ਕਰ ਸਕਦੇ ਹੈਗੇ। ਔਰ ਨਾਲ ਦੀ ਨਾਲ ਜਿਹੜੇ ਮੁੱਖ ਸਕੱਤਰ ਵਿਜੇ ਵਰਧਨ ਸਾਹਿਬ ਵੱਲੋਂ ਇਹ ਵੀ ਲਿਖਿਆ ਗਿਆ ਕਿ ਹਰਿਆਣਾ ਜਿਹੜਾ ਸਿਵਲ ਸੇਵਾ ਸਰਕਾਰੀ ਕਰਮਚਾਰੀ ਆਚਰਣ ਨਿਯਮ 2016 ਦੇ ਨਿਯਮ ਸੰਖਿਆ 9 ਤੇ 10 ਤਹਿਤ ਇਹ ਆਦੇਸ਼ ਜਾਰੀ ਕੀਤੇ ਗਏ ਨੇ, ਅਤੇ ਕਿਹਾ ਕਿ ਜਿਹੜਾ RSS ਆ ਉਹ ਕੋਈ ਪ੍ਰਤੀਬੰਧਿਤ ਸੰਗਠਨ ਨਹੀਂ ਆ, ਇਸ ਕਰਕੇ ਤੁਸੀਂ ਇਹਦੇ 'ਚ ਹਿੱਸਾ ਲੈ ਸਕਦੇ ਹੋ। ਔਰ 1980 ਦੇ ਵਿੱਚ ਜਦੋਂ ਉਸ ਸਮੇਂ ਦੀ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਸੀ, ਉਹਨਾਂ ਨੇ RSS ਅਤੇ ਜਿਹੜੇ ਜਮਾਤ ਏ ਇਸਲਾਮ, ਇੱਕ ਮੁਸਲਮਾਨਾਂ ਦੀ ਇੱਕ ਸੰਸਥਾ ਸੀ, RSS ਜਿਹੜੀ ਹਿੰਦੂ ਵਰਗ ਨੂੰ ਜਾਂ ਨੁਮਾਇੰਦਗੀ ਕਰਦੀ ਹੈ ਜਾਂ ਜਿਹੜੇ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ 1925 'ਚ, ਉਦੋਂ ਤੋਂ ਲੈ ਕੇ ਹੁਣ ਤੱਕ ਇੱਕ RSS ਹੋ ਗਈ, ਇੱਕ ਜਮਾਤ ਏ ਇਸਲਾਮੀ, ਇਹ ਵੀ ਇੱਕ ਸੰਗਠਨ ਸੀ। ਇਹਨਾਂ ਦੋਨਾਂ ਦੀਆਂ ਗਤੀਵਿਧੀਆਂ ਤੇ ਰੋਕ ਲਗਾਈ ਸੀ। ਔਰ ਹੁਣ 41 ਸਾਲ ਬਾਅਦ ਕਰੀਬ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਹੈਗਾ। ਔਰ ਇਹਦੇ 'ਚ ਇਹ ਵੀ ਹੈ ਕਿ
11 जनवरी ਜਿਹੜਾ ਹਰਿਆਣੇ ਦਾ ਰਿਕਾਰਡ ਫਰੋਲੀਏ ਕਿ ਸੂਬੇ 'ਚ 11 ਜਨਵਰੀ 1967 ਨੂੰ ਉਸ ਸਮੇਂ ਵੀ ਸਰਕਾਰੀ ਪੱਧਰ ਤੇ ਰੋਕ ਲਗਾਈ ਗਈ ਸੀ ਤੇ ਫਿਰ 2 ਅਪ੍ਰੈਲ 1980 ਨੂੰ ਮਤਲਬ 1967 ਤੋਂ ਲੈ ਕੇ 2 ਅਪ੍ਰੈਲ 1980 ਤੱਕ ਆਰਐਸਐਸ ਤੇ ਮੁਲਾਜ਼ਮਾਂ ਤੇ ਆਰਐਸਐਸ ਦੇ ਸੰਦਰਭ ਦੇ ਵਿੱਚ ਸਰਕਾਰੀ ਮੁਲਾਜ਼ਮਾਂ ਤੇ ਰੋਕ ਲੱਗੀ ਕਿ ਤੁਸੀਂ ਆਰਐਸਐਸ ਦੇ ਨਾਲ ਨਹੀਂ ਜੁੜ ਸਕਦੇ, ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਪਰ ਹੁਣ ਇਹ ਖੋਲ ਦੇ ਦਿੱਤੀ ਆ, ਮਤਲਬ ਆਰਐਸਐਸ ਦੇ ਪ੍ਰੋਗਰਾਮਾਂ 'ਚ ਤੁਸੀਂ ਅਗਰ ਉਹਨਾਂ ਦੇ ਪ੍ਰਚਾਰਕ ਬਣ ਗਏ, ਉਹਨਾਂ ਦੇ ਵਰਕਰ ਬਣ ਗਏ ਤੇ ਲਾਜ਼ਮੀ ਤੌਰ ਤੇ ਸੁਭਾਵਿਕ ਤੌਰ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵੀ ਹੁਣ ਜਨਤਕ ਤੌਰ ਤੇ ਨੁਮਾਇੰਦੇ ਬਣ ਸਕਦੇ ਹੋ, ਵਰਕਰ ਬਣ ਸਕਦੇ ਹੋ। ਹੁਣ ਮਨੋਹਰ ਲਾਲ ਖੱਟਰ ਸਾਹਿਬ ਦੀ ਗੱਲ ਹੀ ਕਰਾਂਗੇ ਕਿ ਇਹਨਾਂ ਨੇ 2016 ਦੇ ਵਿੱਚ ਵੀ ਇੱਕ ਆਦੇਸ਼ ਜਾਰੀ ਕਰ ਦਿੱਤਾ ਸੀ ਕਿ ਹਰਿਆਣਾ ਦੇ ਸਰਕਾਰੀ ਸੰਸਥਾਵਾਂ ਵਿੱਚ ਐਜੂਕੇਸ਼ਨ ਸਿਸਟਮ ਦੇ ਵਿੱਚ ਪਵਿੱਤਰ ਗ੍ਰੰਥ ਭਗਵਤ ਗੀਤਾ ਇਹ ਵੀ ਪੜ੍ਹਾਉਣਾ ਲਾਜ਼ਮੀ ਆ, ਕਿਉਂਕਿ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣੀਆਂ ਬਹੁਤ ਜ਼ਰੂਰੀ ਨੇ। ਪਰ ਸਵਾਲ ਹੈ ਕਿ ਇਸ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ, ਪਰ ਐਜੂਕੇਸ਼ਨ ਇੱਕ ਸਿਸਟਮ ਜਾਂ ਕਹਿ ਸਕਦੇ ਕਿ ਇੱਕ ਸੈਕੂਲਰ ਸਟੇਟ ਦੇ ਵਿੱਚ ਕਿ ਇੱਕ ਪਵਿੱਤਰ ਗ੍ਰੰਥ ਨੂੰ ਜਨਤਕ ਤੌਰ ਤੇ ਸਰਕਾਰੀ ਐਜੂਕੇਸ਼ਨ ਸਿਸਟਮ ਦੇ ਵਿੱਚ ਲਾਗੂ ਕਰਨਾ, ਲਾਜ਼ਮੀ ਕਰਨਾ ਇਹ ਜਾਇਜ਼ ਆ। ਕਿਉਂਕਿ ਸਾਡਾ ਜਿਹੜਾ ਸੰਵਿਧਾਨ ਆ ਉਹਦੇ 'ਚ ਪਹਿਲੀ ਜਿਹੜੀ ਲਾਈਨ ਆ ਉਹਦੇ 'ਚ ਇਹ ਆ ਕਿ ਵੀ ਆਰ ਦਾ ਪਿਊਪਲ, ਅਸੀਂ ਸੰਵਿਧਾਨ ਦੀ ਪਹਿਲੀ 'ਚ ਹੈ ਕਿ ਦੇਸ਼ ਹੈ ਇਹ ਸਾਰਿਆਂ ਦਾ, ਅਸੀਂ ਭਾਰਤੀ, ਅਸੀਂ ਨਾਗਰਿਕ ਹਾਂ। ਪਰ ਹੌਲੀ ਹੌਲੀ ਉਸ 'ਤੇ ਇਹ ਵਾਲਾ ਹਾਲਾਂਕਿ ਕਈ ਵਿਰੋਧ ਵੀ ਕੀਤਾ, ਲੇਕਿਨ ਮੈਜੋਰਟੀ 'ਚ ਪਾਰਟੀ ਸੀ, ਓਪੋਜੀਸ਼ਨ ਜਿਸ ਤਰ੍ਹਾਂ ਇਸ ਵੇਲੇ ਕਮਜ਼ੋਰ ਹੈ ਸੈਂਟਰ ਲੈਵਲ 'ਤੇ ਵੀ, ਲੱਗਦਾ ਕਿ ਉਸੇ ਦੀ ਆੜ ਦੇ ਵਿੱਚ ਇਹ ਫੈਸਲੇ ਲਏ ਜਾ ਰਹੇ ਨੇ ਕਿ ਸਿਰਫ ਫਿਰ ਭਗਵਤ ਗੀਤਾ ਬਾਰੇ ਜੋ ਉਸ ਸਮੇਂ ਜਿਹੜੇ ਐਜੂਕੇਸ਼ਨ ਮੰਤਰੀ ਸੀ ਉਹ ਕਹਿ ਰਹੇ ਕਿ ਭਗਵਤ ਗੀਤਾ ਪੜ੍ਹਾਉਣਾ ਬਹੁਤ ਜ਼ਰੂਰੀ ਆ। ਮੁੱਖ ਮੰਤਰੀ ਸਾਹਿਬ ਨੇ ਵੀ ਪ੍ਰੋੜਤਾ ਕੀਤੀ ਸੀ। ਇਹ ਜਿਹੜਾ ਫੈਸਲਾ ਲਿਆ ਗਿਆ ਸੀ ਹਰਿਆਣਾ ਦੀ ਸਰਕਾਰ ਕੋਲ, ਹੁਣ ਅੱਜ ਜਿਹੜਾ ਫੈਸਲਾ ਇਹ ਲੈ ਲਿਆ ਕਿ ਦੂਸਰਾ ਕਿ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹ ਆਰਐਸਐਸ ਦੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈ ਸਕਦੇ ਨੇ। ਹੁਣ ਇੱਕ ਸਟੇਟ ਕਰ ਰਿਹਾ, ਸੈਂਟਰ ਕਰ ਰਿਹਾ। ਮੱਧ ਪ੍ਰਦੇਸ਼ ਦੀ ਜਿਹੜੀ ਸ਼ਿਵਰਾਜ ਚੌਹਾਨ ਸਾਹਿਬ ਦੀ ਸਰਕਾਰ, ਉਹਨਾਂ ਨੇ ਵੀ 5 ਸਤੰਬਰ 2021 ਨੂੰ ਫੈਸਲਾ ਲੈ ਲਿਆ ਕਿ ਜਿਹੜੇ ਵੀ ਬੱਚੇ ਇੱਕ ਬਹੁਤ ਹੀ ਔਖਾ ਟੈਸਟ ਪਾਸ ਕਰਕੇ, ਨੀਟ ਦਾ ਟੈਸਟ ਪਾਸ ਕਰਕੇ MBBS 'ਚ ਐਡਮਿਸ਼ਨ ਲੈਂਦੇ ਨੇ, ਉਹਨਾਂ ਨੂੰ ਵੀ ਜਿਹੜੇ ਆਰਐਸਐਸ ਦੇ ਫਾਊਂਡਰ ਨੇ ਜਾਂ ਜਿਹੜੇ ਹਿੰਦੂ ਤੱਤਵ ਦੇ ਜਿਹੜੇ ਆਈਕੋਨ ਨੇ ਉਹਨਾਂ ਨੂੰ ਪੜ੍ਹਨਾ ਜ਼ਰੂਰੀ ਆ। ਇਹ ਫੈਸਲਾ ਮੱਧ ਪ੍ਰਦੇਸ਼ ਦੀ ਗੌਰਮੈਂਟ ਨੇ ਲੈ ਲਿਆ ਸੀ। ਉੱਥੋਂ ਦੇ ਜਿਹੜੇ ਐਜੂਕੇਸ਼ਨ ਮਿਨਿਸਟਰੀ ਉਹਨਾਂ ਦੀ ਵੀ ਸਟੇਟਮੈਂਟ ਆਈ ਸੀ, ਜਿਹੜੇ ਵਿਸ਼ਵਾਸ ਸਾਰੰਗ ਜਿਹੜੇ ਉੱਥੋਂ ਦੇ ਮਿਨਿਸਟਰ ਸਨ, ਉਹਨਾਂ ਨੇ ਕਿਹਾ ਸੀ ਕਿ ਇੱਕ ਜੀਵਨ ਜਾਂਚ ਦੇ ਵਿੱਚ ਔਰ ਇੱਕ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਪੜ੍ਹਾਉਣੀਆਂ ਜਾਂ ਉਹਨਾਂ ਨੂੰ ਮਜ਼ਬੂਤ ਕਰਨਾ ਇਹ ਬਹੁਤ ਜ਼ਰੂਰੀ ਹੈ। ਇਸ ਕਰਕੇ ਉਹਨਾਂ ਨੂੰ ਇਹ ਵਾਲਾ ਉੱਥੇ ਲਾਗੂ ਕਰ ਦਿੱਤਾ ਗਿਆ ਔਰ ਮੱਧ ਪ੍ਰਦੇਸ਼ ਦੇ ਰਿਕਾਰਡ ਮੁਤਾਬਕ ਹਰ ਸਾਲ 2000 ਬੱਚਾ MBBS ਕਰਨ ਆਉਂਦਾ। ਪਹਿਲੇ ਸਾਲ 'ਚ ਉੱਥੇ 2000 ਦੇ ਕਰੀਬ ਸੀਟ ਆ। ਉਹਨਾਂ ਨੂੰ ਇਹ ਹੁਣ ਪੜ੍ਹਾਇਆ ਜਾ ਰਿਹਾ। ਇਹ ਕਿਹੜੇ ਉਹਦੇ 'ਚ ਜਿਹੜੇ ਹਿੰਦੂ ਲੀਡਰ ਰਹੇ ਨੇ ਜਾਂ ਆਰਐਸਐਸ ਦੇ ਲੀਡਰ ਰਹੇ ਨੇ, ਜਿਹੜੇ ਫਾਊਂਡਰ ਨੇ KB ਹੈਗੜੇਵਰ, ਇਹ ਉਹਨਾਂ ਦੇ ਜਿਹੜਾ ਫਲਸਫਾ ਉਹ ਪੜ੍ਹਾਇਆ ਜਾਊਗਾ। ਜਾਂ ਜਿਹੜੇ ਭਾਰਤੀ ਜਨ ਸੰਘ ਦੇ ਜਿਹੜੇ ਲੀਡਰ ਨੇ, ਸ਼੍ਰੀ ਦੀਨ ਦਿਆਲ ਉਪਾਧਿਆਏ ਜਾਂ ਸਵਾਮੀ ਵਿਵੇਕਾਨੰਦ, ਇਹ ਉਹ ਲੋਕ ਨੇ ਉੱਥੇ ਹੁਣ ਪੜ੍ਹਾਏ ਜਾਣਗੇ। ਅਤੇ ਨਾਲ ਦੀ ਨਾਲ ਸੰਵਿਧਾਨ ਦੇ ਨਿਰਮਾਤਾ ਡਾਕਟਰ BR ਅੰਬੇਦਕਰ ਵੀ ਉੱਥੇ ਜਿਹੜੇ ਹੁਣ ਮੈਡੀਕਲ ਦੀ ਪੜ੍ਹਾਈ ਕਰ ਰਹੇ ਨੇ ਪਹਿਲੇ ਸਮੈਸਟਰ ਦੀ ਜਾਂ ਫਸਟ ਈਅਰ 'ਚ, ਉਹ ਪੜ੍ਹਨਗੇ। ਇਹ ਜਿਹੜਾ ਫੈਸਲਾ ਲਿਆ ਗਿਆ। ਹੁਣ ਦੂਜਾ ਸਭ ਤੋਂ ਵੱਡੀ ਗੱਲ ਹੈ ਕਿ ਹੌਲੀ ਹੌਲੀ ਕੀ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਚੁੱਕੇ ਜਾਂ ਦੇਸ਼ ਦੇ ਵਿੱਚ ਇੱਕ ਆਵਾਜ਼ ਬੁਲੰਦ ਹੋ ਰਹੀ ਆ ਕਿ ਕੀ ਭਾਰਤ ਇਹ ਹੁਣ ਹਿੰਦੂ ਰਾਸ਼ਟਰ ਬਣੇਗਾ। ਤਾਂ ਇਹ ਜਿਹੜੀਆਂ ਸਭ ਕੁਛ ਦੇਸ਼ ਦੇ ਵਿੱਚ ਫੈਸਲੇ ਲਏ ਜਾ ਰਹੇ ਨੇ, ਕੀ ਉਹ ਕੜੀ ਆ ਉਹਦਾ ਕਿ ਹੌਲੀ ਹੌਲੀ ਇਹ ਜਿਹੜੇ ਫੈਸਲੇ ਜਾਣ, ਕਿਉਂਕਿ ਆਰਐਸਐਸ ਦੇ ਜਿੰਨੇ ਵੀ ਮੁਖੀ ਨੇ ਉਹਨਾਂ ਦੀ ਸਟੇਟਮੈਂਟ ਆਉਂਦੀ ਰਹੀ ਨੇ। ਉਹ ਜੋ ਸਟੇਟਮੈਂਟ ਆਉਂਦੀ ਰਹੀ ਨੇ ਅਤੇ ਲਾਜ਼ਮੀ ਤੌਰ 'ਤੇ ਜਿਹੜੇ
ਸੈਕੂਲਰ ਲੋਕ ਨੇ, ਧਰਮ ਨਿਰਪੱਖ ਲੋਕ ਨੇ, ਚਾਹੇ ਉਹਦੇ 'ਚ ਸਿੱਖ ਹੋਣ, ਚਾਹੇ ਉਹਦੇ 'ਚ ਈਸਾਈ ਹੋਣ, ਚਾਹੇ ਉਹਦੇ 'ਚ ਹਿੰਦੂ ਹੋਣ, ਚਾਹੇ ਉਹਦੇ 'ਚ ਮੁਸਲਿਮ ਹੋਣ, ਚਾਹੇ ਉਹਦੇ 'ਚ ਜੈਨੀ ਹੋਣ, ਚਾਹੇ ਉਹਦੇ 'ਚ ਬੋਧੀ ਹੋਣ, ਉਹ ਸਾਰੇ ਮਹਿਸੂਸ ਕਰਦੇ ਨੇ ਕਿ ਕਿਉਂ ਜਿਹੜਾ ਸਾਡਾ ਸੰਵਿਧਾਨ ਇਸ ਕਰਕੇ ਨਹੀਂ ਬਣਾਇਆ ਸੀ, ਉਹ ਸਾਰੇ ਧਰਮਾਂ ਦਾ, ਸਾਰੇ ਫਿਰਕਿਆਂ ਦਾ, ਸਾਰੇ ਜਾਤਾਂ ਪਾਤਾਂ ਦਾ, ਕਿਉਂਕਿ ਉੱਥੇ ਨਾ ਉਹ ਰੰਗ ਦੇਖਦਾ, ਨਾ ਉਹ ਭੇਦ ਦੇਖਦਾ, ਨਾ ਜਾਤ ਦੇਖਦਾ, ਨਾ ਪਾਤ ਦੇਖਦਾ ਹੈਗਾ। ਪਰ ਇਹ ਹੌਲੀ ਹੌਲੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਕੋਸ਼ਿਸ਼ ਹੋ ਰਹੀ ਆ, ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੀ ਕੋਸ਼ਿਸ਼ ਹੋ ਰਹੀ ਹੈ ਕਿਉਂ ਹੋ ਰਹੀ ਹੈ, ਉਹ ਵੀ ਅਸੀਂ ਤੁਹਾਡੇ ਨਾਲ ਜ਼ਿਕਰ ਕਰਾਂਗੇ। ਜਿੱਥੇ ਸੂਬਾ ਸਰਕਾਰਾਂ ਫੈਸਲਾ ਲੈ ਰਹੀਆਂ, ਉੱਥੇ ਸੈਂਟਰ ਗੌਰਮੈਂਟ ਵੀ ਫੈਸਲਾ ਲੈ ਚੁੱਕੀ ਹੈ। ਹੁਣ 14 ਦਸੰਬਰ 2020 ਨੂੰ ਇੱਕ ਕੇਂਦਰ ਸਰਕਾਰ ਨੇ ਫੈਸਲਾ ਲੈ ਲਿਆ ਸੀ, UPSC ਜਿਹੜਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਆ, ਜਿੱਥੇ ਉਹ ਸੰਸਥਾ ਜਿਹੜੀ ਦੇਸ਼ ਦੀ ਜਿਹੜੀ ਅਸਟੀਮ ਜੋਬ ਆ, ਨੌਕਰੀ ਆ, ਸਰਵਿਸ ਆ, ਜਿੱਥੇ IAS IPS IFS IRS ਜਿਹੜੀਆਂ ਸੈਂਟਰ ਲੈਵਲ ਦੀਆਂ ਸਨਮਾਨਯੋਗ ਕਹਿ ਸਕਦੇ ਕਿ ਅਸਾਮੀਆਂ ਨੇ, ਨਿਯੁਕਤੀਆਂ ਨੇ, ਉਹ UPSC ਕਰਦੀ। ਲੇਕਿਨ ਉੱਥੇ ਹੁਣ 14 ਦਸੰਬਰ 2020 ਨੂੰ ਸੈਂਟਰ ਸਰਕਾਰ ਫੈਸਲਾ ਲੈਂਦੀ ਆ ਔਰ ਫਿਰ 6 ਫਰਵਰੀ 2021 ਨੂੰ ਉਹ ਜਿਹੜੀ UPSC ਹੈ, ਜਿਹੜੀ ਪੂਰੇ ਇੰਡੀਆ ਦੇ ਜਿਹੜੇ ਬੱਚੇ ਨੇ ਜਿਹੜੇ IAS ਜਾਂ IPS ਜਾਂ IAS IPS ਬਣਨਾ ਚਾਹੁੰਦੇ, IRS ਬਣਨਾ ਚਾਹੁੰਦੇ ਨੇ, ਉਹ UPSC ਟੈਸਟ ਲੈਂਦੀ ਔਰ ਕਰੀਬ ਇੰਡੀਆ ਦੇ ਵਿੱਚ ਹਰ ਸਾਲ 7 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਟੈਸਟ ਦਿੰਦੇ ਨੇ। ਪਹਿਲਾਂ ਪ੍ਰੀਲਿਮਿਨਰੀ ਹੁੰਦਾ, ਫਿਰ ਮੇਨ ਹੁੰਦਾ, ਫਿਰ ਇੰਟਰਵਿਊ ਹੁੰਦੀ ਆ, ਅਤੇ ਉਹਦੇ 'ਚ ਹਰ ਸਾਲ 1100-1200 ਪੋਸਟਾਂ ਹੁੰਦੀਆਂ ਨੇ। ਜਿਹੜੇ ਟੌਪਰ ਨੇ ਉਹ IAS ਬਣ ਜਾਂਦੇ ਨੇ, ਫਿਰ IPS ਬਣ ਜਾਂਦੇ ਨੇ, ਫਿਰ IFS ਬਣ ਜਾਂਦੇ ਨੇ, ਫਿਰ IRS ਬਣ ਜਾਂਦੇ ਨੇ, ਫਿਰ ਇੰਡੀਅਨ ਅਕਾਊਂਟ ਸਰਵਿਸ 'ਚ, ਫਿਰ ਇੰਡੀਅਨ ਬਰੋਡਕਾਸਟ ਜਿਹੜੀ ਡਿਪਾਰਟਮੈਂਟ ਉਹਦੇ 'ਚ ਆ ਜਾਂਦੇ ਨੇ। ਇੱਦਾਂ ਦੇ ਕਈ ਕੈਟਾਗਰੀ ਨੇ। ਹੁਣ ਉੱਥੇ ਵੀ ਸਰਕਾਰ ਨੇ, ਸੈਂਟਰ ਸਰਕਾਰ ਨੇ ਡਾਇਰੈਕਟ ਭਰਤੀ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ। ਜਿੱਥੇ ਪਹਿਲਾਂ IAS ਸਿਲੈਕਟ ਹੁੰਦੇ ਸੀ, ਉੱਥੇ ਹੁਣ ਉਹਨਾਂ ਨੇ ਆਪਣੇ ਅਤੇ ਲਾਜ਼ਮੀ ਤੌਰ 'ਤੇ ਇਸ ਵਾਰ ਉਹਨਾਂ ਨੇ ਪਹਿਲੀ ਵਾਰ 31 ਜਿਹੜੇ ਨੌਜਵਾਨ ਨਿਯੁਕਤ ਕੀਤੇ ਨੇ। 31 ਜਿਹੜੇ ਨੌਜਵਾਨ ਨਿਯੁਕਤ ਕੀਤੇ ਨੇ, ਉਸ 'ਤੇ ਵੀ ਚਰਚਾ ਹੋ ਰਹੀ ਆ ਕਿ ਉਹ ਕੌਣ ਲੋਕ ਨੇ, ਉਹਨਾਂ ਦੀ ਜਿਹੜੀ ਪਿੱਠ ਭੂਮੀ ਉਹ ਕੀ ਹੋਏਗੀ, ਉਹਨਾਂ ਦੀ ਬੈਕਗਰਾਊਂਡ ਕੀ ਹੋਏਗੀ। ਕਿ ਉਹ ਤਾਂ ਨਹੀਂ ਜਿਹੜਾ RSS ਨਾਲ ਜੁੜੇ ਹੋਣਗੇ, ਜਿਨ੍ਹਾਂ ਨੇ RSS ਦੀਆਂ ਕਲਾਸਾਂ ਲਾਈਆਂ ਹੋਣ, ਜਾਂ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੇ ਬਾਲ ਬੱਚੇ ਤਾਂ ਨਹੀਂ ਆ। ਕਿ ਜਦ ਤੁਸੀਂ ਟੈਸਟ ਲਿਆ ਨਹੀਂ, ਇੰਨੀ ਮਿਹਨਤ ਆ, ਉਹ ਬੱਚਾ ਜਿਹੜਾ 14-14 ਘੰਟੇ ਪੜ੍ਹਦਾ ਹੈਗਾ, ਉਹ ਫਿਰ ਜਾ ਕੇ ਕਿਤੇ ਕਿਸਮਤ ਨਾਲ, ਮਿਹਨਤ ਔਰ ਕਿਸਮਤ ਦੇ ਨਾਲ ਉਹ ਫਿਰ IAS ਬਣ ਜਾਂਦਾ, ਜਾਂ IPS ਬਣ ਜਾਂਦਾ, ਜਾਂ IFS ਬਣ ਜਾਂਦਾ, ਜਾਂ IRS ਬਣ ਜਾਂਦਾ। ਪਰ ਉਹ ਉੱਥੇ ਉਹਨਾਂ ਡਿਪਾਰਟਮੈਂਟ ਦੇ 31 ਨੌਜਵਾਨ ਮੁੰਡੇ ਕੁੜੀਆਂ ਭਰਤੀ ਕਰ ਲਏ ਨੇ। ਇਹਦੇ 'ਚ ਸੰਯੁਕਤ ਸਕੱਤਰ, ਜੁਆਇੰਟ ਸੈਕਟਰੀ ਦੀ ਪੋਸਟ ਇੱਕ ਬਹੁਤ ਵੱਡੀ ਪੋਸਟ ਆ। ਮਤਲਬ ਜਿਹੜਾ ਜੁਆਇੰਟ ਸੈਕਟਰੀ ਆ, ਸੰਯੁਕਤ ਸਕੱਤਰ ਆ, ਉਹ ਪੰਜਾਬ ਸਟੇਟ ਦੇ ਵਿੱਚ ਉਹ 77 ਰੈਂਕ ਹੁੰਦਾ। ਜਦੋਂ ਸੈਂਟਰ 'ਚ ਤੁਸੀਂ ਜਾਂਦੇ, ਇੱਕ ਪੋਸਟ, ਇੱਕ ਰੈਂਕ ਤੁਹਾਨੂੰ ਘੱਟ ਮਿਲਦਾ ਹੈਗਾ। ਜਾਂ ਫੋਰ ਜਾਂ ਮੋਟੇ ਤੌਰ 'ਤੇ ਜੇ ਉੱਥੇ ADGP ਹੋਊਗਾ ਅਤੇ ਸਟੇਟ ਦੇ ਵਿੱਚ ਉਹ IG ਹੋਏਗਾ। ਅਤੇ ਉੱਥੇ ਸੰਯੁਕਤ ਸਕੱਤਰ ਵਾਸਤੇ 295 ਟੌਪ ਦੀ ਪੋਸਟ ਲੋਕਾਂ ਨੇ ਅਪਲਾਈ ਕੀਤਾ। ਡਾਇਰੈਕਟਰ ਪੋਸਟ ਬਹੁਤ ਇੰਪੋਰਟੈਂਟ ਪੋਸਟ ਹੈ, ਉਹਦੇ 'ਚ 1247 ਲੋਕਾਂ ਨੇ ਅਪਲਾਈ ਕੀਤਾ ਹੈ। ਡਿਪਟੀ ਸੈਕਟਰੀ, ਉਪ ਸਕੱਤਰ, ਉਹਦੇ ਵਾਸਤੇ 499 ਲੋਕਾਂ ਨੇ ਅਪਲਾਈ ਕੀਤਾ। ਇਹਨਾਂ ਨੇ 31 ਲੋਕ ਸਿਲੈਕਟ ਕਰ ਲਏ ਨੇ। 31 ਚੋਂ 3 ਨੂੰ ਜੁਆਇੰਟ ਸੈਕਟਰੀ ਰੱਖ ਲਿਆ, ਮਤਲਬ ਇੱਕ ਡਿਪਾਰਟਮੈਂਟ ਦਾ ਹੈੱਡ ਦੇ ਬਰਾਬਰ ਸੈਕਟਰੀ, ਕਿਉਂਕਿ ਡਿਪਾਰਟਮੈਂਟ ਦੇ ਡਾਇਰੈਕਟਰ ਤੋਂ ਬਾਅਦ ਜੇ ਵੱਡੀ ਪੋਸਟ ਆ ਉਹ ਸੈਕਟਰੀ ਦੀ ਆ। 91 ਡਾਇਰੈਕਟਰ ਭਰਤੀ ਕਰ ਲਏ ਅਤੇ 9 ਡਿਪਟੀ ਸੈਕਟਰੀ ਭਰਤੀ ਕਰ ਲਏ। ਇਹ ਹੁਣ 31 ਲੋਕਾਂ 'ਤੇ ਵੀ ਸਵਾਲ ਆ ਕਿ ਫਿਰ ਹੌਲੀ ਹੌਲੀ ਕੀ UPSC ਵੀ ਡਿਫੰਕ ਕਰ ਦਿੱਤੀ ਜਾਊਗੀ, ਭੰਗ ਕਰ ਦਿੱਤੀ ਜਾਊ, ਜਿੱਦਾਂ ਇਲਜ਼ਾਮ ਲੱਗ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਕਿ CBI ਤੁਸੀਂ ਨਹੀਂ ਰਹਿਣ ਦਿੱਤੀ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੁਸੀਂ ਨਹੀਂ ਰਹਿਣ ਦਿੱਤਾ, ED ਤੁਸੀਂ ਨਹੀਂ ਰਹਿਣ ਦਿੱਤੀ ਹੈਗੀ। ਜਿੰਨੀਆਂ ਸੈਂਟਰ ਦੀਆਂ ਚੰਗੀਆਂ, ਜਿਨ੍ਹਾਂ ਦੇ ਲੋਕ ਮਾਣ ਕਰਦੇ ਸੀ, ਫਖਰ ਕਰਦੇ ਸੀ ਸੰਸਥਾਵਾਂ, ਉਹ ਤੁਸੀਂ ਖਤਮ ਕਰਤੀਆਂ। ਲੋਕ ਅਦਾਲਤਾਂ 'ਤੇ ਵੀ, ਹਾਈ ਕੋਰਟ ਵਿੱਚ, ਸੁਪਰੀਮ ਕੋਰਟ, ਉਸ ਨੂੰ ਵੀ ਉਸੇ ਨਜ਼ਰੀਏ ਨਾਲ ਦੇਖਦੇ ਹੈਗੇ ਨੇ ਕਿ ਇਹ ਵੀ ਸੈਂਟਰ ਦੇ ਦਬਾਅ ਹੇਠ ਨੇ। ਹਾਲਾਂਕਿ ਕਈ ਜਿਹੜੇ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜ ਨੇ, ਉਹ ਬਹੁਤ ਵੱਡੇ ਫੈਸਲੇ ਲੈ ਲੈਂਦੇ, ਲੇਕਿਨ ਇੱਕ ਓਵਰਆਲ ਇਹੀ ਇੱਕ ਮੈਸੇਜ ਆ ਚੁੱਕਾ ਕਿ ਜਿੰਨੀਆਂ ਵੀ ਸੰਵਿਧਾਨਿਕ ਅਦਾਰੇ ਨੇ, ਚਾਹੇ ਉਹ ਸੁਪਰੀਮ ਕੋਰਟ ਹੋਵੇ, ਹਾਈ ਕੋਰਟ ਹੋਵੇ, CAG ਹੋਵੇ, ED ਹੋਵੇ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੋ, ਜਾਂ CBI, ਉਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਮੂਲ ਭਾਵਨਾ ਉਹ
ਉਹਨੂੰ ਠੇਸ ਪਹੁੰਚੀ ਆ, ਉਹ ਮੂਲ ਭਾਵਨਾ ਨੂੰ ਮਦੋਲਿਆ ਗਿਆ, ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੌਲੀ ਹੌਲੀ। ਉਹਨਾਂ ਸੰਸਥਾਵਾਂ ਨੂੰ ਇੱਕ ਕਹਿ ਸਕਦੇ ਕਿ ਇੱਕ ਬਿਲਕੁਲ ਹੀ ਮਰੇ ਹੋਏ ਡਿਪਾਰਟਮੈਂਟ ਬਣਾਉਣ ਦੀਆਂ ਕੋਸ਼ਿਸ਼ ਹੋ ਰਹੀਆਂ। ਅਤੇ ਕੀ ਹੁਣ ਜੇ UPSC ਦੇ ਵਿੱਚ ਵੀ ਇੱਦਾਂ ਹੀ ਡਾਇਰੈਕਟ ਭਰਤੀ ਹੋਣ ਲੱਗ ਪਈ ਅਤੇ ਕੀ ਜਿਹੜੀ UPSC ਦੀ ਭਾਵਨਾ ਸੀ ਉਹ ਕਿਤੇ ਖਤਮ ਨਹੀਂ ਹੋ ਜਾਏਗੀ? ਜਿਹੜਾ ਅੰਗਰੇਜ਼ਾਂ ਵੇਲੇ ਜਿਹੜਾ IAS ਸੀ ਉਹ ਉਦੋਂ ICS ਹੁੰਦਾ ਸੀ, ਜਿਹੜਾ ਅੱਜ IPS ਆ ਉਦੋਂ IP ਹੁੰਦੇ ਸੀ। ਇਹ ਅੰਗਰੇਜ਼ ਵਾਲਾ ਜਿਹੜਾ ਸਿਸਟਮ ਚੱਲਦਾ ਰਿਹਾ ਸੀ। ਫਿਰ ਵੱਲਭ ਭਾਈ ਪਟੇਲ ਹੋਣਾ ਉਸ ਨੂੰ ਅਡੋਪਟ ਕੀਤਾ ਗਿਆ, ਜਿੱਥੇ ICS ਸੀ ਉੱਥੇ IAS ਬਣਨ ਲੱਗ ਪਏ, ਜਿੱਥੇ IP ਸੀ ਉੱਥੇ IPS ਬਣਨ ਲੱਗ ਪਏ ਹੈਗੇ। ਇਹ ਹੌਲੀ ਹੌਲੀ ਕੀ UPSC ਨੂੰ ਵੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਔਰ ਹੁਣ ਅਸੀਂ ਤੁਹਾਡੇ ਨਾਲ ਜ਼ਿਕਰ ਕਰਾਂਗੇ ਕਿ RSS ਦੇਸ਼ 1947 'ਚ ਆਜ਼ਾਦ ਹੁੰਦਾ, ਲੇਕਿਨ ਜਿਹੜਾ ਉਸ ਸਮੇਂ ਦੇ ਹਿੰਦੂ ਜਿਹੜੇ ਕੱਟੜ ਲੋਕ ਸੀ ਉਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਹੀ ਇੱਕ ਇੱਦਾਂ ਦੀ ਵਿਉਂਤਬੰਦੀ ਕਰ ਲਈ ਹੈਗੀ ਉਸ ਸਮੇਂ। ਕਿਉਂਕਿ ਇਤਿਹਾਸ ਬੋਲਦਾ ਹੈਗਾ, ਕਿਤਾਬਾਂ ਬੋਲਦੀਆਂ ਨੇ ਕਿ ਇਹਨਾਂ ਲੋਕਾਂ ਨੇ ਜਿਹੜੇ ਅੱਜ ਰਾਸ਼ਟਰਵਾਦ ਦਾ ਪਾਠ ਪੜ੍ਹਾ ਰਹੇ ਨੇ ਨਾ ਆਜ਼ਾਦੀ ਦੀ ਲੜਾਈ 'ਚ ਹਿੱਸਾ ਲਿਆ ਗਾ। ਔਰ ਉਸ ਸਮੇਂ ਕਿਉਂਕਿ ਜਿਹੜੇ ਫਾਊਂਡਰ ਨੇ ਜਿਨ੍ਹਾਂ ਨੇ ਉਹ KB ਹੈਡਗੇਵਰ ਸਾਹਿਬ ਨੇ, ਜਿਹੜੇ ਨਾਗਪੁਰ ਸ਼ਹਿਰ ਦੇ ਇੱਕ ਡਾਕਟਰ ਸੀ, ਉਹਨਾਂ ਨੇ ਇਹਨਾਂ ਦੀ ਸਥਾਪਨਾ ਕੀਤੀ। ਇਸੇ ਕਰਕੇ ਜਿਹੜਾ RSS ਦਾ ਜਿਹੜਾ ਹੈੱਡਕੁਆਟਰ ਆ ਉਹ ਨਾਗਪੁਰ ਆ। 1925 ਤੋਂ ਲੈ ਕੇ ਹੁਣ ਤੱਕ ਵੀ RSS ਦੇ ਕਿਸੇ ਵੀ ਦਫ਼ਤਰ ਦੇ ਦੇਸ਼ ਦਾ ਤਿਰੰਗਾ ਉਹ ਨਹੀਂ ਝੂਲਦਾ। ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਵਾਲ ਆ। ਫਿਰ ਜਿਹੜੇ ਹੈਡਗੇਵਰ ਸਾਹਿਬ ਨੇ ਉਹ VD ਸਾਵਰਕਰ ਸਾਹਿਬ ਨੂੰ ਮਿਲੇ ਹੈਗੇ ਨੇ, ਕਿਉਂਕਿ ਉਸ ਸਮੇਂ ਉਹਨਾਂ ਦੀ ਇੱਕ ਕਿਤਾਬ 1923 'ਚ ਛਪੀ ਹੋਈ ਸੀ, ਹਿੰਦੂਤਵ। ਕਾਫੀ ਕਹਿ ਰਹੇ ਇੰਪੋਰਟੈਂਟ ਕਿਤਾਬ ਸੀ। ਉਹਨੂੰ ਪੜ੍ਹ ਕੇ ਹੀ ਹੈਡਗੇਵਰ ਸਾਹਿਬ ਮਿਲਦੇ ਨੇ 1925 'ਚ, ਉਹਨਾਂ ਦੀ ਰਤਨਗਿਰੀ 'ਚ ਮੁਲਾਕਾਤ ਹੁੰਦੀ ਨੇ। ਫਿਰ ਦੋਨਾਂ ਨੇ ਹਿੰਦੂ ਸਮਾਜ ਦੀ, ਹਿੰਦੂ ਭਾਈਚਾਰੇ ਦੀ ਮਜ਼ਬੂਤੀ ਲਈ ਇੱਕ ਵਿਉਂਤ ਘੜੀ, ਸਕੀਮਾਂ ਘੜੀਆਂ ਜਾਂ ਇੱਕ ਰੋਡ ਮੈਪ ਤਿਆਰ ਕੀਤਾ। 1925 'ਚ ਜਿਹੜਾ ਰੋਡ ਮੈਪ ਤਿਆਰ ਕੀਤਾ, ਕਰੀਬ 100 ਸਾਲ ਹੋਣ ਵਾਲੇ ਨੇ। ਉਹ ਜਿਹੜੀ ਮੰਜ਼ਿਲ ਆ ਉਹ ਮਿਲਣ ਵਾਲੀ ਹੈ, ਜਿਸ ਤਰ੍ਹਾਂ ਦੀਆਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀਆਂ ਸੂਬਾ ਸਰਕਾਰ ਅਤੇ ਸੈਂਟਰ ਸਰਕਾਰ, ਜਿਹੜੀ ਹੈਡਗੇਵਰ ਸਾਹਿਬ ਔਰ ਸਾਵਰਕਰ ਸਾਹਿਬ ਜਾਂ ਗੋਲਵਲਕਰ ਸਾਹਿਬ ਦੀ ਜਿਹੜੀ ਭਾਵਨਾ ਸੀ, ਉਸ ਭਾਵਨਾ 'ਤੇ ਖਰੇ ਉਤਰਦੇ ਦਿਖਾਈ ਦੇ ਰਹੇ ਨੇ। ਹੁਣ ਸਭ ਤੋਂ ਪਹਿਲਾਂ ਜਿਹੜਾ RSS 'ਤੇ ਬੈਨ ਲੱਗਦਾ ਹੈਗਾ ਉਹ 24 ਜਨਵਰੀ 1947 ਨੂੰ ਲੱਗਦਾ, ਜਦੋਂ ਅੰਗਰੇਜ਼ ਬ੍ਰਿਟਿਸ਼ ਰਾਜ ਵੇਲੇ ਪੰਜਾਬ ਸਰਕਾਰ, ਜਦੋਂ ਉਹਨਾਂ ਦੇ ਪ੍ਰੀਮੀਅਰ ਸੀ, ਮੁੱਖ ਮੰਤਰੀ ਸੀ ਮਲਿਕ ਖਿਜ਼ਰ ਹਯਾਤ ਟਵਾਣਾ, ਇੱਕ ਜਿਹੜੇ ਉਹ ਯੂਨੀਅਨਿਸਟ ਪਾਰਟੀ ਦੇ ਆਗੂ ਸਨ। ਇਸ ਪਾਰਟੀ ਦੇ ਵਿੱਚ ਮੁਸਲਿਮ, ਹਿੰਦੂ, ਸਿੱਖ ਜਿਹੜੇ ਬਹੁਤ ਲੈਂਡਲੌਰਡ ਲੋਕ ਸੀ ਉਹ ਇਸ ਪਾਰਟੀ 'ਚ ਸ਼ਾਮਿਲ ਸੀ। ਉਹਨਾਂ ਨੇ ਪਹਿਲਾਂ 24 ਨਵੰਬਰ 1947 ਨੂੰ RSS 'ਤੇ ਬੈਨ ਲਗਾਇਆ ਹੈਗਾ। ਫਿਰ 28 ਜਨਵਰੀ 1947 ਨੂੰ, ਮਤਲਬ 4 ਕੁ ਦਿਨ ਬਾਅਦ RSS ਤੋਂ ਬੈਨ ਹਟਾ ਦਿੱਤਾ। ਉਸ ਸਮੇਂ ਉਹਨਾਂ ਨੇ ਸਿਰਫ RSS 'ਤੇ ਬੈਨ ਨਹੀਂ ਲਾਇਆ ਸੀ, ਨਾਲ ਹੀ ਨੇ ਇੱਕ ਮੁਸਲਿਮ ਨੈਸ਼ਨਲ ਗਾਰਡ, ਇਹਨਾਂ 'ਤੇ ਵੀ ਬੈਨ ਲਾਇਆ ਸੀ। 2 ਸੰਸਥਾਵਾਂ ਸੀ, RSS ਅਤੇ ਮੁਸਲਿਮ ਨੈਸ਼ਨਲ ਗਾਰਡ। ਫਿਰ ਹਟਾ ਦਿੱਤਾ ਜਾਂਦਾ। ਕਿਉਂ ਬੈਨ ਲਗਾਇਆ ਹੋਊਗਾ? ਕਿਉਂਕਿ ਜੋ ਅੱਜ ਵਾਪਰਿਆ ਹੈਗਾ ਉਹ 1947 'ਚ ਵੀ ਵਾਪਰ ਰਿਹਾ ਸੀ। ਉਦੋਂ ਵੀ ਇੱਦਾਂ ਦੇ ਬੀਜ ਬੋਏ ਜਾ ਰਹੇ ਸਨ। ਜਿਹੜੇ ਕੱਟੜ ਲੋਕ ਨੇ, ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦੇ ਸੀ, ਤੇ ਉਹਨਾਂ ਕੱਟੜ ਲੋਕਾਂ ਦੇ ਕਰਕੇ ਹੀ ਦੇਸ਼ ਨੇ ਕਈ ਵਾਰ ਨੁਕਸਾਨ ਖਾਧਾ। ਇਹ ਧਰਤੀ ਕਈ ਵਾਰ ਲਹੂ ਲੁਹਾਨ ਹੋਈ ਆ। ਇਹ ਧਰਤੀ ਦੀਆਂ ਕੁੱਖਾਂ ਕਈ ਵਾਰ ਉਜੜੀਆਂ ਨੇ, ਸੁਹਾਗ ਉਜੜੇ ਨੇ, ਬਿਪਤਾਂ ਲੁੱਟੀਆਂ ਗਈਆਂ, ਇੱਜ਼ਤਾਂ ਲੁੱਟੀਆਂ ਗਈਆਂ, ਪੱਤ ਲੁੱਟੀਆਂ ਗਈਆਂ। 47 ਦਾ ਦਿਖਾਂਤ ਵੀ ਇਹਨਾਂ ਲੋਕਾਂ ਕਰਕੇ ਸੀ। ਕਿਸੇ ਦਾ ਕੁਝ ਨਹੀਂ ਹੋਇਆ ਨੁਕਸਾਨ, ਨਾ ਕਿਸੇ ਦਾ ਕੇਰਲਾ ਵਾਲੇ ਦਾ, ਨਾ ਬੰਗਾਲ ਵਾਲੇ, ਨਾ UP ਵਾਲੇ ਦਾ। ਜੇ ਨੁਕਸਾਨ ਹੋਇਆ ਤਾਂ ਪੰਜਾਬ ਦਾ ਹੋਇਆ, ਪੰਜਾਬੀ ਧਰਤੀ ਦਾ ਹੋਇਆ, ਪੰਜਾਬੀ ਮਾਵਾਂ ਦਾ ਹੋਇਆ, ਪੰਜਾਬੀ ਪੁੱਤਾਂ ਦਾ ਹੋਇਆ, ਚਾਹੇ ਉਹ ਲਹਿੰਦੇ ਪੰਜਾਬ ਦੀ ਮਾਂ ਸੀ ਜਾਂ ਉਹ ਚੜ੍ਹਦੇ ਪੰਜਾਬ ਦੀ ਮਾਂ ਸੀ। ਫਿਰ ਔਰ ਇੱਕ ਇਹ ਵੀ ਕਿਤਾਬਾਂ ਦੇ ਵਿੱਚ ਜ਼ਿਕਰ ਆ ਕਿ RSS ਨੇ ਕਦੀ ਵੀ ਰਾਸ਼ਟਰੀ ਝੰਡੇ ਨੂੰ ਮਾਨਤਾ ਨਹੀਂ ਦਿੱਤੀ ਹੈਗੀ। ਪਿੱਛੇ ਜੇ ਵੀ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਕਿ ਪਹਿਲਾਂ RSS ਦਾ ਝੰਡਾ ਹੁੰਦਾ ਨੰਬਰ 1 ਤੇ ਨੰਬਰ 2 ਤੇ ਦੇਸ਼ ਦਾ ਤਿਰੰਗਾ। ਫਿਰ
ਸਰਕਾਰੀ ਬਿਲਡਿੰਗ ਤੇ ਜਿੱਥੇ ਤਿਰੰਗਾ ਲਹਿਰਾਉਣਾ ਚਾਹੀਦਾ ਹੈਗਾ ਸੀ, ਉੱਥੇ ਆਰਐਸਐਸ ਦਾ ਜਿਹੜਾ ਜਿਹਨੂੰ ਸੈਫਰਨ ਫਲੈਗ ਕਹਿੰਦੇ ਨੇ, ਭਗਵਾ ਝੰਡਾ ਜਿਹਨੂੰ ਕਹਿੰਦੇ ਨੇ, ਉਹ ਲਹਿਰਾਇਆ ਗਿਆ। ਔਰ ਫਿਰ ਜਦੋਂ ਦੇਸ਼ ਦੀ ਜਿਹੜੀ ਕੌਂਸਟੀਟਿਊਂਟ ਅਸੈਂਬਲੀ ਆਫ ਇੰਡੀਆ ਜਿਹੜੀ 22 ਜੁਲਾਈ 1947 ਸੀ, ਉਹਦੇ 'ਚ ਵੀ ਇਹ ਕਿਹਾ ਗਿਆ ਕਿ ਉਹਦੇ 'ਚ ਵੀ ਸੈਫਰਨ ਝੰਡੇ ਦੀ ਮੰਗ ਕੀਤੀ ਗਈ ਹੈਗੀ ਕਿ ਇਹ ਬੜਾ ਜ਼ਰੂਰੀ ਹੈਗਾ। ਇਹ ਸਾਰੀ ਕਿਤਾਬਾਂ ਦੇ ਵਿੱਚ ਆ। ਉਹ ਫਿਰ ਇਹ ਵੀ ਹੈ ਜਿਹੜਾ ਆਰਐਸਐਸ ਦਾ ਇੱਕ ਮੈਗਜ਼ੀਨ ਆ ਆਰਗੇਨਾਈਜ਼ਰ, ਉਹਨਾਂ ਨੇ ਹਮੇਸ਼ਾ ਉਹਨਾਂ ਦਾ ਫਰੋਲੀਏ ਜਾਂ ਉਹਨਾਂ ਬਾਰੇ ਜੋ ਕੁਛ ਲੋਕਾਂ ਨੇ ਲਿਖਿਆ, ਉਹ ਵੀ ਜਦੋਂ ਇਹ ਦੇਸ਼ ਦੇ ਤਿਰੰਗੇ ਨੂੰ ਮਾਨਤਾ ਮਿਲੀ ਆ, ਉਹਦੇ 'ਚ ਇਹ ਵੀ ਉਹਨਾਂ ਫਿਰ ਲੇਖ ਲਿਖਿਆ, ਮਿਸਟਰੀ ਬਲਾਈਂਡ ਦੀ ਭਗਵਾ ਧਵਜ, ਇਹ ਲੇਖ ਲਿਖਿਆ ਗਿਆ। ਔਰ ਇਹ ਵੀ ਕਿਤਾਬਾਂ 'ਚ ਆ ਕੇ ਜਾਂ ਲੇਖਾਂ ਦੇ ਵਿੱਚ ਮਿਲਦਾ ਪੜ੍ਹਨ ਨੂੰ ਕਿ ਦੇਸ਼ ਦੇ ਸੰਵਿਧਾਨ ਦਾ ਵੀ ਵਿਰੋਧ ਕੀਤਾ ਗਿਆ, ਕਿਉਂਕਿ ਉਹਦੇ 'ਚ ਮਨੂ ਲਾਅ ਔਰ ਜਿਹੜਾ ਜਾਂ ਮਨੂ ਸਮ੍ਰਿਤੀ ਜਾਂ ਉਹਨੂੰ ਸ਼ਾਮਲ ਨਹੀਂ ਕੀਤਾ ਗਿਆ। ਕੁਝ ਲੋਕ ਚਾਹੁੰਦੇ ਸੀ ਕਿ ਦੇਸ਼ ਦੇ ਸੰਵਿਧਾਨ ਦੇ ਵਿੱਚ ਜਿਹੜੇ ਮਨੂ ਲਾਅ ਆ, ਮਨੂ ਸਮ੍ਰਿਤੀ ਆ, ਉਹਨੂੰ ਸ਼ਮੂਲੀਅਤ ਮਿਲੇ, ਉਹਨੂੰ ਸ਼ਾਮਲ ਕੀਤਾ, ਪਰ ਨਹੀਂ ਹੋਇਆ। ਔਰ ਕਿਉਂਕਿ ਫਿਰ 6 ਫਰਵਰੀ 1950 'ਚ ਇੱਕ ਹਾਈ ਕੋਰਟ ਦੇ ਰਿਟਾਇਰਡ ਜੱਜ ਸਨ ਸ਼ੰਕਰ ਸੁਬਾ ਅਈਅਰ, ਉਹਨਾਂ ਨੇ ਵੀ ਇੱਕ ਲੇਖ ਲਿਖਿਆ ਸੀ ਕਿ ਸੰਵਿਧਾਨ ਦੇ ਵਿੱਚ ਮਾਨਤਾ ਨਹੀਂ ਮਿਲੀ, ਲੇਕਿਨ ਉਹਨਾਂ ਨੇ ਲੇਖ ਲਿਖਿਆ ਸੀ ਮਨੂਜ਼ ਰੂਲਸ ਆਵਰ ਹਾਰਟ। ਇਹ ਸਾਰੀਆਂ ਚੀਜ਼ਾਂ ਇਹ ਕਿਵੇਂ ਹੌਲੀ ਹੌਲੀ ਅੱਜ ਅਗਰ ਹਿੰਦੂ ਰਾਸ਼ਟਰ ਦੀਆਂ ਗੱਲਾਂ ਹੋ ਰਹੀਆਂ ਨੇ ਤੇ 1925 'ਚ ਹੀ ਨਹੀਂ ਰੱਖੀ ਗਈ ਸੀ। ਅਗਰ ਹਾਈ ਕੋਰਟ ਦੇ ਇੱਕ ਰਿਟਾਇਰਡ ਜੱਜ, ਉਹਨਾਂ ਨੇ 1950 ਦੇ ਵਿੱਚ ਇਹ ਲਿਖਿਆ ਗਿਆ, ਜਦੋਂ 26 ਜਨਵਰੀ 1950 ਨੂੰ ਲੋਕ ਖੁਸ਼ੀਆਂ ਮਨਾ ਰਹੇ ਸਨ, ਤਾਂ ਉਦੋਂ ਇਹ ਲੇਖ ਲਿਖੇ ਜਾ ਰਹੇ ਸੀ ਉਸ ਤੋਂ 20 ਦਿਨ ਪਹਿਲਾਂ ਕਿ ਮਨੂਜ਼ ਰੂਲ ਆਵਰ ਹਾਰਟ। ਫਿਰ ਜਿਹੜਾ ਦੂਜੀ ਵਾਰ ਬੈਨ ਲੱਗਾ, ਇਹ ਉਦੋਂ ਲੱਗਾ ਜਦੋਂ ਮਹਾਤਮਾ ਗਾਂਧੀ ਸਾਹਿਬ ਦਾ ਕਤਲ ਕੀਤਾ ਜਾਂਦਾ ਹੈਗਾ ਨਥੂਰਾਮ ਗੋਡਸੇ ਵੱਲੋਂ। ਹਾਲਾਂਕਿ ਇਹ ਸੀ ਕਿ ਨਥੂਰਾਮ ਗੋਡਸੇ ਆਰਐਸਐਸ ਦੇ ਮੈਂਬਰ ਸੀ, ਲੇਕਿਨ ਜਦੋਂ ਕੇਸ ਅਦਾਲਤ ਵਿੱਚ ਜਾਂਦਾ ਤੇ ਇਹਨਾਂ ਨਥੂਰਾਮ ਗੋਡਸੇ ਬਾਰੇ ਜ਼ਿਕਰ ਹੈ ਕਿ ਉਹਨਾਂ ਨੇ 1946 ਦੇ ਵਿੱਚ ਆਰਐਸਐਸ ਛੱਡ ਦਿੱਤੀ ਹੈਗੀ ਸੀ। ਪਰ 4 ਫਰਵਰੀ 1948 ਨੂੰ ਆਰਐਸਐਸ ਦੇ ਬੈਨ ਲੱਗਦਾ ਹੈਗਾ। ਔਰ ਫਿਰ ਕਿਉਂਕਿ ਸੁਪਰੀਮ ਕੋਰਟ 'ਚ ਕੇਸ ਚੱਲਿਆ, ਕਈ ਲੋਕਾਂ ਨੂੰ ਬਰੀ ਕਰ ਦਿੱਤਾ, ਲੇਕਿਨ ਕਈ ਜਿਹੜੇ ਲੋਕ ਨੇ ਉਹ ਫੜੇ ਗਏ ਸੀ ਇੰਟੈਰੋਗੇਸ਼ਨ ਦੌਰਾਨ, ਇਨਵੈਸਟੀਗੇਸ਼ਨ ਦੌਰਾਨ। ਫਿਰ 1948 'ਚ ਉਹਨਾਂ ਨੂੰ ਬਰੀ ਕਰ ਦਿੱਤਾ ਜਾਂਦਾ। ਫਿਰ ਜਿਹੜੇ ਗਵਾਲਕਰ ਸਾਹਿਬ ਨੇ ਉਹ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਨੂੰ ਚਿੱਠੀ ਵੀ ਲਿਖਦੇ ਨੇ, ਪੱਤਰ ਵੀ ਲਿਖਦੇ ਕਿ ਆਰਐਸਐਸ ਤੋਂ ਜਿਹੜਾ ਬੈਨ ਆ ਉਹ ਹਟਾਇਆ ਜਾਵੇ। ਫਿਰ 11 ਜੁਲਾਈ 1948 ਨੂੰ ਭਾਰਤ ਸਰਕਾਰ ਬੈਨ ਹਟਾ ਦਿੰਦੀ ਆ ਆਰਐਸਐਸ ਦੇ ਵਿੱਚ। ਔਰ ਫਿਰ 1975 ਦੇ ਵਿੱਚ ਜਦੋਂ ਇੰਦਰਾ ਗਾਂਧੀ ਐਮਰਜੈਂਸੀ ਲਾਗੂ ਕਰ ਦਿੰਦੇ ਨੇ, ਉਸ ਸਮੇਂ ਵੀ ਆਰਐਸਐਸ 'ਤੇ ਕਈ ਸਮੇਂ ਤੱਕ ਬੈਨ ਲੱਗਾ ਰਿਹਾ। ਫਿਰ ਜਦੋਂ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਜਾਂਦੀ, ਉਹਦੇ 'ਚ ਬਹੁਤ ਸਾਰੇ ਲੋਕਾਂ ਦਾ ਕਤਲ ਵੀ ਹੁੰਦਾ ਬਾਅਦ 'ਚ 2 ਫਿਰਕਿਆਂ ਦੇ ਵਿੱਚ, ਕਿਉਂਕਿ ਉਸ ਸਮੇਂ 1.5 ਲੱਖ ਤੋਂ ਜ਼ਿਆਦਾ ਜਿਹੜੇ ਆਰਐਸਐਸ ਦੇ ਲੋਕ ਲਾ ਲਓ ਜਾਂ ਵਿਸ਼ਵ ਹਿੰਦੂ ਪਰਿਸ਼ਦ ਦੇ ਲੋਕ ਲਾ ਲਓ, ਚਾਹੇ ਭਾਰਤੀ ਜਨਤਾ ਪਾਰਟੀ ਦੇ ਕਾਰ ਸੇਵਕ ਲਾ ਲਓ ਜਾਂ ਸ਼ਿਵ ਸੈਨਾ ਵਾਲੇ ਲੋਕ ਹੋਣੇ, ਇਹ ਸਾਰੇ ਉਹਨਾਂ ਨੇ ਸ਼ਮੂਲੀਅਤ ਕੀਤੀ। ਆਰਐਸਐਸ ਦੇ ਕਰੀਬ 10 ਮਿਲੀਅਨ ਜਿਹੜੇ ਲੋਕ ਨੇ ਉਹ ਆਰਐਸਐਸ ਦੇ ਨਾਲ ਜੁੜੇ ਹੋਏ ਨੇ। ਹੋ ਸਕਦਾ ਕਿ ਜ਼ਿਆਦਾ ਵੀ ਹੋਣ, ਕਿਉਂਕਿ ਭਾਰਤੀ ਜਨਤਾ ਪਾਰਟੀ ਵੀ ਆਰਐਸਐਸ ਵਾਲੇ ਖੁਦ ਵੀ ਕਲੇਮ ਕਰਦੇ ਨੇ ਕਿ ਇੱਕ ਭਾਰਤੀ ਜਨਤਾ ਪਾਰਟੀ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਆ, ਆਰਐਸਐਸ ਵਿਸ਼ਵ ਦਾ ਸਭ ਤੋਂ ਵੱਡਾ ਸੰਗਠਨ ਹੈ। ਮੋਟੇ ਜਿਹੇ ਅੰਦਾਜ਼ੇ ਨਾਲ ਅਗਰ ਗੱਲ ਕੀਤੀ ਜਾਵੇ 70,000 ਦੇ ਕਰੀਬ ਇਹਨਾਂ ਦੀਆਂ ਬ੍ਰਾਂਚਸ ਨੇ, ਸ਼ਾਖਾਵਾਂ ਨੇ ਇਹਨਾਂ ਦੀਆਂ। ਔਰ ਪਹਿਲਾਂ ਆਰਐਸਐਸ ਦੇ ਨਾਲ ਜਿਹੜੇ ਲੋਕ ਜੁੜੇ ਹੁੰਦੇ ਨੇ, ਉਹ ਜਦੋਂ ਕੈਂਪ ਲਗਾਉਂਦੇ ਨੇ ਉਹ ਨਿੱਕਰਾਂ ਪਾਉਂਦੇ ਸੀ, ਹੱਥ 'ਚ ਡਾਂਗਾਂ ਹੁੰਦੀਆਂ ਸੀ। ਹੁਣ 91 ਸਾਲ ਬਾਅਦ ਮਤਲਬ ਅਕਤੂਬਰ 2016 'ਚ ਇਹਨਾਂ ਨੇ ਖਾਕੀ ਨਿੱਕਰ ਦੀ ਬਜਾਏ ਪੈਂਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹੈਗੀਆਂ ਨੇ। ਔਰ ਹਰ ਇਹਨਾਂ ਦੇ ਜਗ੍ਹਾ ਦਫ਼ਤਰ ਨੇ, ਜਿਸ ਤਰ੍ਹਾਂ ਨਾਗਪੁਰ ਹੈੱਡਕੁਆਟਰ ਨੇ, ਦਿੱਲੀ 'ਚ ਇਹਨਾਂ ਦਾ ਝੰਡੇ ਵਾਲਾ ਦਫ਼ਤਰ ਦੇ ਨਾਮ 'ਤੇ ਵੱਜਦਾ। ਹੁਣ ਸਭ ਤੋਂ ਵੱਡਾ ਸਵਾਲ ਆ ਕਿ ਕੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਜ਼ਰੂਰੀ ਆ, ਜਾਂ ਕਿਉਂ ਇੱਦਾਂ ਦੀਆਂ ਪੱਖ ਜਾਂ ਸਕੀਮਾਂ ਘੜੀਆਂ ਜਾ ਰਹੀਆਂ ਨੇ, ਵਿਉਂਤ ਬੰਦਾਂ ਘੜੀਆਂ ਜਾ ਰਹੀਆਂ ਨੇ
ਕਿ ਆਖਰ ਕਿਉਂ ਵਾਰ-ਵਾਰ ਜਿਹੜੇ ਲੋਕ ਮਿਨੋਰਟੀ 'ਚ ਰਹਿੰਦੇ ਨੇ, ਚਾਹੇ ਉਹ ਈਸਾਈ ਨੇ, ਚਾਹੇ ਉਹ ਸਿੱਖ ਨੇ, ਉਹ ਹਮੇਸ਼ਾ ਉਹਨਾਂ ਨੂੰ ਡਰ ਦੇ ਪ੍ਰਭਾਵ ਹੇਠ ਕਿਉਂ ਰੱਖਿਆ ਜਾਂਦਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਅੰਦਰ ਹਿੰਦੂ ਭਾਈਚਾਰੇ ਦੀ ਗਿਣਤੀ 80% ਤੋਂ ਜ਼ਿਆਦਾ। ਜਿਸ ਭਾਈਚਾਰੇ ਕੋਲ 80% ਦੀ ਆਬਾਦੀ ਹੋਵੇ, ਉੱਥੇ ਹਾਲੇ ਵੀ ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਹੋਣ, ਔਰ ਜਿਨ੍ਹਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ ਉਹ ਨਜ਼ਰਅੰਦਾਜ਼ ਕਿਉਂ ਹੋਣ। ਔਰ ਸਭ ਤੋਂ ਵੱਡੀ ਗੱਲ ਹੈ ਕਿ ਵਿਰੋਧੀ ਧਿਰਾਂ ਇੰਨੇ ਕਮਜ਼ੋਰ ਹੋ ਗਈਆਂ ਨੇ, ਜਾਂ ਉਹਨਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕਿਆ ਜਾ ਰਿਹਾ, ਜਾਂ ਕਮਜ਼ੋਰੀ ਦੀ ਆੜ ਦੇ ਵਿੱਚ, ਜਾਂ ਫਿਰ ਮੈਜੋਰਟੀ ਦੀ ਆੜ ਦੇ ਵਿੱਚ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਕਿ ਆਖਰ ਭਾਰਤ, ਜਿਹਨੂੰ ਇੱਕ ਬਹੁਤ ਹੀ ਸੁੰਦਰ ਗੁਲਦਸਤਾ ਕਿਹਾ ਜਾਂਦਾ ਕਿ ਇੱਥੇ ਵੱਖ-ਵੱਖ ਫਿਰਕੇ ਦੇ ਲੋਕ ਨੇ, ਵੱਖ-ਵੱਖ ਧਰਮਾਂ ਦੇ ਲੋਕ ਨੇ, ਵੱਖ-ਵੱਖ ਜਾਤਾਂ ਦੇ ਲੋਕ ਨੇ, ਔਰ ਸਭ ਤੋਂ ਵੱਡਾ ਕਿ ਇੱਥੇ ਜਿਹੜਾ ਲੋਕਤੰਤਰ ਸਿਸਟਮ ਆ ਇਹ ਬੜਾ ਖੂਬਸੂਰਤ ਆ। ਪਰ ਕੀ ਫਿਰ ਦੇਸ਼ ਨੂੰ ਹੌਲੀ ਜਿਹੜੇ ਗੁਲਾਮੀ ਦੀਆਂ ਕਹਿ ਸਕਦੇ ਕਿ ਸੰਗਲਾਂ 'ਚ ਦੇਸ਼ ਬੱਝਿਆ ਪਿਆ ਸੀ, ਲੰਮੇ ਸਮੇਂ ਤੋਂ ਹਜ਼ਾਰਾਂ ਸਾਲ ਇਸ ਦੇ ਫਿਰਕੇ ਤੇ, ਇਸ ਖਿੱਤੇ ਤੇ ਲੋਕਾਂ ਨੇ, ਬਾਹਰਲੇ ਲੋਕਾਂ ਨੇ ਆ ਕੇ ਰਾਜ ਕੀਤਾ ਹੈਗਾ, ਕਿ ਫਿਰ ਇੱਦਾਂ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈਗਾ ਕਿ ਫਿਰ ਲੋਕਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਬੱਧਣ ਜਾਂ ਬੰਨਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ। ਪਰ ਇਹ ਜਿਹੜੀ ਮਿੱਟੀ ਆ, ਇਹ ਮਿੱਟੀ ਦੇ ਵਿੱਚ ਇੰਨੀ ਤਾਕਤ ਆ, ਇੱਥੋਂ ਇਸ ਧਰਤੀ ਦੀਆਂ ਮਾਵਾਂ ਦੀਆਂ ਕੁੱਖਾਂ ਦੇ ਵਿੱਚ ਇੰਨੀ ਤਾਕਤ ਆ, ਗੱਭਰੂਆਂ ਦੇ ਰਗਾਂ ਦੇ ਵਿੱਚ ਦੇਸ਼ ਪ੍ਰਤੀ ਖੂਨ ਇੰਨਾ ਮਜ਼ਬੂਤ ਆ, ਬਾਹਾਂ ਇੰਨੀਆਂ ਮਜ਼ਬੂਤ ਨੇ, ਹਿੱਕਾਂ ਇੰਨੀਆਂ ਮਜ਼ਬੂਤ ਨੇ ਕਿ ਮੁਗਲ ਵੀ ਆਏ, ਤੁਗਲਕ ਵੀ ਆਏ, ਅੰਗਰੇਜ਼ ਵੀ ਆਏ, ਫਿਰ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਕਾਲੀ ਚਮੜੀ ਵਾਲੇ ਗੋਰੇ ਵੀ ਕਹਿੰਦੇ ਨੇ, ਉਹਨਾਂ ਨੇ ਵੀ ਰਾਜ ਕਰਕੇ ਦੇਖ ਲਿਆ, ਦੇਖ ਵੀ ਰਹੇ ਨੇ, ਭਵਿੱਖ ਦੇ ਵਿੱਚ ਦੇਖਣਗੇ ਵੀ। ਲੇਕਿਨ ਜਿਹੜਾ ਗੁਲਦਸਤਾ, ਖੂਬਸੂਰਤ ਗੁਲਦਸਤਾ, ਇਹਦੀ ਇੱਕ ਵੀ ਪੱਤੀ ਨਹੀਂ ਟੁੱਟੇਗੀ। ਲੱਖ ਕੋਸ਼ਿਸ਼ਾਂ ਹੋ ਜਾਣ, ਲੱਖ ਤਰ੍ਹਾਂ ਦੇ ਪਾਠ ਪੜ੍ਹਾਏ ਜਾਣ, ਲੇਕਿਨ ਇਸ ਧਰਤੀ ਨੂੰ ਸਲਾਮ, ਇਸ ਧਰਤੀ ਦੀਆਂ ਕੁੱਖਾਂ ਨੂੰ ਸਲਾਮ, ਇਸ ਧਰਤੀ ਦੇ ਸੂਰਵੀਰਾਂ ਨੂੰ ਸਲਾਮ। ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ ਨੇ, ਅੱਜ ਵੀ ਹੋ ਰਹੀਆਂ ਨੇ, ਭਵਿੱਖ ਦੇ ਵਿੱਚ ਹੁੰਦੀਆਂ ਵੀ ਰਹਿਣਗੀਆਂ। ਇਹ ਸਿਆਸੀ ਚਾਲਾਂ ਨੇ, ਔਰ ਸਿਆਸੀ ਚਾਲਾਂ ਨੂੰ ਸਮਝਣ ਵਾਲੇ ਲੋਕ, ਸਮਝਾਉਣ ਵਾਲੇ ਲੋਕ ਵੀ ਬਹੁਤ ਨੇ, ਕਿਉਂਕਿ ਇਹ ਧਰਤੀ, ਇਹ ਦੇਸ਼ ਕਿਸੇ ਇੱਕ ਦਾ ਨਹੀਂ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਦੇਖਦੇ ਰਹੋ ਦ ਸਮਰ ਨਿਊਜ਼। लेट मी टेल यू फ्रीडम क्या है। फ्रीडम अधूरी नींद से, फ्रीडम शोल्डर और कमर के दर्द से, फ्रीडम सुबह के चिड़चिड़ेपन से। हमें पता है 8 घंटों की सुकून वाली नींद कितनी जरूरी है। अब अपने ही घर में किसी 5 स्टार होटल के लग्जूरियस मैट्रेस पर आने वाली शानदार नींद के लिए चुने फ्रीडम मैट्रेस। कंफर्टेबल, लॉन्ग लास्टिंग, वैल्यू फॉर मनी और लाइफ टाइम वारंटी के साथ नेक्स्ट जनरेशन मैट्रेस फ्रीडम मैट्रेस।